ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਾਡੇ ਐਜੂਕੇਸ਼ਨਲ ਚੈਨਲ ਆਪਣਾ ਸਕੂਲ 'ਤੇ, ਜਿੱਥੇ ਅਸੀਂ ਤੁਹਾਨੂੰ ਪੰਜਾਬ ਵਿੱਚ 5994 ETT ਪੋਸਟਾਂ ਦੇ ਤਹਿਤ ਜੋ ਇਸ ਵਿੱਚ ਇੰਡੀਅਨ ਜੀਓਗ੍ਰਾਫੀ ਦਾ ਪਾਰਟ ਹੈ ਉਸ ਨੂੰ ਕਰਾਵਾਂਗੇ, ਜਿਸ ਤਹਿਤ ਅਸੀਂ 200 ਪਲੱਸ ਮੋਸਟ ਇੰਪੋਰਟੈਂਟ ਕੁਐਸਚਨ ਜਿਨ੍ਹਾਂ ਨੂੰ ਪੂਰਾ ਐਕਸਪਲੇਨ ਕੀਤਾ ਜਾਊਗਾ ਮੈਪ ਦੀ ਮਦਦ ਦੇ ਨਾਲ, ਤਾਂ ਜੋ ਹਰ ਕੋਈ ਜੀਓਗ੍ਰਾਫੀ ਨੂੰ ਔਖਾ ਨਾ ਸਮਝੇ ਅਤੇ ਇਸ ਨੂੰ ਬੜੀ ਆਸਾਨੀ ਦੇ ਨਾਲ ਸਮਝ ਸਕੇ। ਅਸੀਂ ਸਾਰੇ ਪ੍ਰਸ਼ਨ, ਲਗਭਗ ਸਾਰੇ ਪ੍ਰਸ਼ਨ ਜਿਹੜੇ ਹੈ ਉਹ ਮੈਪ ਦੇ ਥਰੂ ਕਰਾਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਜੋ ਸਾਰੇ ਬੱਚੇ ਨੂੰ ਬੜੀ ਆਸਾਨੀ ਦੇ ਨਾਲ ਸਮਝ ਆ ਸਕਣ। ਤੇ ਆਪਣੇ ਕੋਲ ਪਹਿਲਾ ਪ੍ਰਸ਼ਨ ਹੈ, ਨਿਮਿਤ ਲਿਖਿਤ ਪ੍ਰਣਾਲੀਆਂ ਵਿੱਚੋਂ ਕਿਹੜੀ ਇੱਕ ਪ੍ਰਣਾਲੀ ਹੈ ਜਿਸ ਵਿੱਚ ਭਾਰਤ ਦੀ ਸਭ ਤੋਂ ਪੁਰਾਣੀ ਚੱਟਾਨ ਦੀ ਰਚਨਾ ਹੈ? ਠੀਕ ਹੈ ਜੀ। ਆਪਣੇ ਕੋਲ ਆਪਸ਼ਨ ਹੈ ਏ ਅਰਾਵਲੀ ਸਿਸਟਮ, ਬੀ ਅਰਚਵਾਨਾ ਸਿਸਟਮ, ਸੀ ਕੋਡੱਪਾ ਸਿਸਟਮ, ਡੀ ਵਿੰਧਿਆ ਸਿਸਟਮ। ਠੀਕ ਹੈ ਜੀ। ਹੁਣ ਆਪਾਂ ਇੱਥੇ ਇੱਕ ਧਿਆਨ ਰੱਖਣਾ ਹੈ, ਜੇ ਆਪਾਂ ਨੂੰ ਇੱਥੇ ਓਲਡੈਸਟ ਰੌਕ ਫਾਰਮੇਸ਼ਨ ਦੀ ਥਾਂ ਤੇ ਆਪਾਂ ਨੂੰ ਓਲਡੈਸਟ ਰੌਕ ਮਾਊਂਟੇਨ ਲਿਖਿਆ ਹੁੰਦਾ, ਜਾਂ ਆਪਾਂ ਕਹਿ ਸਕਦੇ ਇੱਥੇ ਸਭ ਤੋਂ ਪੁਰਾਣਾ ਪਰਬਤ ਲਿਖਿਆ ਹੁੰਦਾ ਭਾਰਤ ਦਾ, ਤਾਂ ਉਹ ਆਪਣੇ ਕੋਲ ਆਉਣਾ ਸੀਗਾ ਅਰਾਵਲੀ ਪਰਬਤ ਸਿਸਟਮ, ਨਹੀਂ ਅਰਾਵਲੀ ਪਰਬਤ ਆਪਣੇ ਕੋਲ ਆਉਣਾ ਸੀਗਾ। ਠੀਕ ਹੈ ਜੀ। ਜੇ ਆਪਣੇ ਕੋਲ ਲਿਖਦੇ ਓਲਡੈਸਟ ਰੌਕ ਫਾਰਮੇਸ਼ਨ ਦੀ ਥਾਂ ਤੇ ਓਲਡੈਸਟ ਰੌਕ ਮਾਊਂਟੇਨ ਲਿਖਿਆ ਹੁੰਦਾ ਤਾਂ ਆਪਣੇ ਕੋਲ ਆਉਣਾ ਸੀਗਾ ਅਰਾਵਲੀ ਸਿਸਟਮ। ਠੀਕ ਹੈ ਜੀ। ਹੁਣ ਆਪਾਂ ਜੇ ਗੱਲ ਕਰਦੇ ਹਾਂ, ਦੂਜਾ ਆਪਣੇ ਕੋਲ ਆ ਜਾਂਦਾ ਇੱਥੇ ਬੀ 'ਚ ਆਰਚਵਾਨਾ ਸਿਸਟਮ, ਜਾਂ ਇਸ ਨੂੰ ਆਰਕੀਅਨ ਸਿਸਟਮ ਵੀ ਬੋਲ ਦਿੰਦੇ ਆ। ਇਹ ਬਣਿਆ ਕਿਵੇਂ ਹੈ? ਇਹ ਬਣਿਆ ਸੀਗਾ ਮੈਗਮਾ ਜਿਹੜਾ ਹੈ ਉਸ ਦੇ ਇਕੱਠਾ ਹੋਣ ਨਾਲ ਬਾਅਦ 'ਚ ਠੰਡਾ ਹੋ ਗਿਆ, ਤਾਂ ਉਸ ਨਾਲ ਜਿਹੜਾ ਆਰਚਵਾਨਾ ਸਿਸਟਮ ਜਿਹੜਾ ਉਸ ਦਾ ਨਿਰਮਾਣ ਹੋਇਆ ਸੀਗਾ। ਠੀਕ ਹੈ। ਇਹ ਬਣਿਆ ਕਦੋਂ ਸੀਗਾ? ਜੇ ਆਪਾਂ ਗੱਲ ਕਰੀਏ ਤਾਂ ਬਣਿਆ ਸੀ ਇਹ ਪ੍ਰੀ ਕੈਂਬਰੀਅਨ ਇਰਾ, ਜਾਂ ਪੁਰਾਣਾ ਪੱਥਰ ਰੌਕ ਜਿਹੜਾ ਸਮਾਂ ਸੀਗਾ ਉਸ ਵੇਲੇ ਇਹ ਬਣਿਆ ਗਿਆ ਜਾ ਸਕਦਾ ਹੈ। ਫਿਰ ਆਪਣੇ ਕੋਲ ਆ ਗਿਆ ਸੀ ਦੇ ਉੱਤੇ ਕੋਡੱਪਾ ਸਿਸਟਮ। ਕੋਡੱਪਾ ਸਿਸਟਮ ਜਿਹੜਾ ਹੈ ਉਹ ਕੀ ਹੁੰਦਾ ਹੈ? ਉਹ ਮੈਟਾਮੋਰਫਿਕ ਜਿਹੜੀ ਆ ਰੌਕ ਹੈ ਉਸ ਦਾ ਨਿਰਮਾਣ ਕੋਡੱਪਾ ਸਿਸਟਮ ਦੇ ਵਿੱਚ ਹੋਇਆ ਸੀਗਾ, ਜਿਸ ਨੂੰ ਆਪਾਂ ਤਹਿਤਾ ਚਟਾਨਾਂ ਵੀ ਬੋਲ ਦਿੰਦੇ ਹਾਂ। ਠੀਕ ਹੈ ਜੀ। ਫਿਰ ਆਪਣੇ ਕੋਲ ਚੌਥਾ ਆ ਗਿਆ ਵਿੰਧਿਆ ਪ੍ਰਣਾਲੀ। ਇਸ ਦੇ ਵਿੱਚ ਆਪਾਂ ਇਹ ਸਮਝ ਸਕਦੇ ਹਾਂ ਵਿੰਧਿਆ ਜਿਹੜਾ ਇਹ ਏਰੀਆ ਕਿੱਥੇ ਹੈ, ਇਹ ਗੰਗਾ ਤੇ ਦੱਖਣ ਦੀ ਪਠਾਰ, ਜੇ ਆਪਾਂ ਗੱਲ ਕਰੀਏ ਗੰਗਾ ਤੇ ਥੱਲੇ ਪਾਸੇ ਆਪਣੇ ਕੋਲ ਆ ਗਿਆ ਦੱਖਣ ਦੀ ਪਠਾਰ, ਉਸ ਦੇ ਵਿਚਕਾਰ ਦਾ ਜਿਹੜਾ ਹਿੱਸਾ ਹੈ ਉਸ ਥਾਂ ਤੇ ਜਿਹੜਾ ਇਹ ਵਿੰਧਿਆ ਪਰਬਤ ਜਿਹੜਾ ਉਹ ਚੱਲਦਾ ਹੈਗਾ। ਠੀਕ ਹੈ ਜੀ। ਤੇ ਇਸ ਦੇ ਨਾਲ ਆਪਾਂ ਇਹ ਜਾਣਕਾਰੀ ਲੈ ਸਕਦੇ ਹਾਂ ਵੀ ਵਿੰਧਿਆ ਤੇ ਸਤਪੁੜਾ ਜਿਹੜਾ ਹੈਗਾ ਪਰਬਤ ਹੈ, ਉਹਨਾਂ ਦੇ ਵਿਚਕਾਰ ਦੀ ਜਿਹੜੀ ਇੱਕ ਨਦੀ ਨਿਕਲਦੀ ਹੈ, ਉਹ ਨਦੀ ਦਾ ਨਾਮ ਆਪਾਂ ਉਹਦਾ ਨਾਮ ਹੈ ਨਰਮਦਾ ਨਦੀ। ਠੀਕ ਹੈ ਜੀ। ਨਰਮਦਾ ਨਦੀ ਜਿਹੜੀ ਹੈ ਉਹ ਸਤਪੁੜਾ ਤੇ ਵਿੰਧਿਆ ਦੇ ਵਿੱਚੋਂ ਦੀ ਲੰਘਦੀ ਹੈ ਤੇ ਇਹ ਰਿਫਟ ਵੈਲੀ ਬਣਾ ਕੇ ਨਿਕਲਦੀ ਹੈ। ਠੀਕ ਹੈ ਜੀ। ਇਹ ਆਪਾਂ ਚਾਰ ਸਿਸਟਮ ਵੇਖ ਲਏ, ਪਰ ਇੱਥੇ ਜਿਹੜਾ ਆਪਣਾ ਆਨਸਰ ਆਉਣਾ ਹੈ ਉਹ ਆਨਸਰ ਆਉਣਾ ਹੈ ਬੀ ਅਰਚਵਾਨਾ ਸਿਸਟਮ, ਜਾਂ ਆਰਕੀਅਨ ਸਿਸਟਮ ਜਿਹੜਾ ਹੈ ਉਹ ਇਸ ਦਾ ਆਨਸਰ ਆਉਣਾ ਹੈ। ਠੀਕ ਹੈ ਜੀ। ਆਪਣੇ ਕੋਲ ਇੱਥੇ ਬੀ ਆਨਸਰ ਆ ਗਿਆ। ਹੁਣ ਆਪਾਂ ਚੱਲਦੇ ਹਾਂ ਇਸ ਤੋਂ ਬਾਅਦ ਆਪਣੇ ਕੋਲ ਦੂਜੇ ਪ੍ਰਸ਼ਨ ਵੱਲ। ਦੂਜਾ ਪ੍ਰਸ਼ਨ ਕੀ ਕਹਿੰਦਾ? ਕਹਿੰਦਾ ਭਾਰਤ ਵਿੱਚ ਪਹਾੜਾਂ ਦੇ ਟਿਕਾਣਿਆਂ ਤੇ ਗੌਰ ਕਰੋ, ਹੇਠ ਦਿੱਤੇ ਵਿੱਚੋਂ ਕਿਹੜਾ ਇੱਕ ਦੱਖਣ ਤੋਂ ਉੱਤਰ ਸਹੀ ਕ੍ਰਮ ਵਿੱਚ ਹੈ? ਠੀਕ ਹੈ ਜੀ। ਇਸ ਤਰ੍ਹਾਂ ਦੇ ਕੁਐਸਚਨ ਪੇਪਰ ਦੇ ਵਿੱਚ ਬਹੁਤ ਵਾਰੀ ਪੁੱਛੇ ਜਾਂਦੇ ਆ, ਜਿਸ ਵਿੱਚ ਉਹ ਆਪਾਂ ਨੂੰ ਕਹਿ ਦੇਣਗੇ ਦੱਖਣ, ਜਾਂ ਕਹਿ ਸਕਦੇ ਹਾਂ ਸਾਊਥ ਤੋਂ ਨਾਰਥ ਵੱਲ ਕਿਸੇ ਦਿਸ਼ਾ ਵੱਲ ਕੋਈ ਚੀਜ਼ ਦੱਸੋ, ਜਾਂ ਕਹਿ ਸਕਣਗੇ ਆਪਾਂ ਨੂੰ ਪੂਰਬ ਤੋਂ ਈਸਟ ਤੋਂ ਵੈਸਟ ਵੱਲ ਨੂੰ ਚੱਲੋ, ਜਾਂ ਕਹਿ ਦੇਣਗੇ ਵੈਸਟ ਤੋਂ ਈਸਟ ਵੱਲ ਨੂੰ ਕੋਈ ਦਿਸ਼ਾ ਦੱਸੋ। ਇਸ ਤਰੀਕੇ ਨਾਲ ਪੇਪਰ ਦੇ ਵਿੱਚ ਆਪਾਂ ਨੂੰ ਕਿਸੇ ਤਰ੍ਹਾਂ ਦੀ ਪਹਾੜੀ ਕੋਈ ਸ਼ਹਿਰ ਵਗੈਰਾ ਆਪਾਂ ਨੂੰ ਪੁੱਛਿਆ ਜਾ ਸਕਦਾ ਨਕਸ਼ੇ ਦੇ ਬੇਸ ਤੇ। ਠੀਕ ਹੈ ਜੀ। ਹੁਣ ਆਪਾਂ ਇਹਦੇ ਵਿੱਚ
ਵੇਖਦੇ ਹਾਂ ਆਪਣੇ ਕੋਲ ਕੀ ਆਪਸ਼ਨਾਂ ਦਿੱਤੀਆਂ। ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਦਿੱਤਾ ਆਪਣੇ ਕੋਲ ਡੋਡਾ ਬੇਟਾ, ਠੀਕ ਹੈ ਜੀ। ਸਭ ਤੋਂ ਪਹਿਲਾਂ ਆਪਾਂ ਨੂੰ ਦਿੱਤਾ ਉਹਨਾਂ ਨੇ ਇੱਕ ਡੋਡਾ ਬੇਟਾ। ਡੋਡਾ ਬੇਟਾ ਜਿਹੜਾ ਹੈ ਉਸਨੂੰ ਨੀਲਗਿਰੀ ਦੀ ਪਹਾੜੀਆਂ ਜਾਂ ਆਪਾਂ ਇਸਨੂੰ ਬਲੂ ਮਾਊਂਟੇਨ ਜਿਹੜਾ ਉਸਨੂੰ ਕਿਹਾ ਜਾਂਦਾ, ਜਾਂ ਕਹਿ ਸਕਦੇ ਆਪਾਂ ਇਸਨੂੰ ਕਹਿੰਦੇ ਆ ਨੀਲਗਿਰੀ ਦੀਆਂ ਪਹਾੜੀਆਂ ਵੀ ਜਿਹੜਾ ਉਹ ਕਿਹਾ ਜਾਂਦਾ, ਠੀਕ ਹੈ ਜੀ। ਡੋਡਾ ਬੇਟਾ ਇਹ ਹੈ ਕਿੱਥੇ? ਇਹ ਪੂਰਬ ਇੰਡੀਆ ਦੇ ਵਿੱਚ ਜੇ ਆਪਾਂ ਗੱਲ ਕਰੀਏ ਐਸਾ ਤੇ ਇੰਡੀਆ ਦੇ ਵਿੱਚ ਜਿਹੜਾ ਪੂਰਬੀ ਘਾਟ ਹੈ ਤੇ ਪੱਛਮੀ ਘਾਟ ਹੈ ਉਸ ਨੂੰ ਮਿਲਾਉਣ ਵਾਲੀ ਇੱਕ ਜਿਹੜੀ ਪਰਬਤ ਹੈ ਉਸ ਦੇ ਉੱਤੇ ਇੱਕ ਜਿਹੜੀ ਪਹਾੜੀ ਹੈ ਜਾਂ ਉੱਚੀ ਪੀਕ ਹੈ ਉਸ ਤੋਂ ਡੋਡਾ ਬੇਟਾ ਜਿਹੜਾ ਉਹ ਕਿਹਾ ਜਾਂਦਾ, ਠੀਕ ਹੈ ਜੀ। ਫਿਰ ਆਪਣੇ ਕੋਲ ਆ ਗਿਆ ਮਾਊਂਟ ਕੈਲਾਸ਼। ਮਾਊਂਟ ਕੈਲਾਸ਼ ਜਿਹੜਾ ਹੈ ਉਹ ਤਿੱਬਤ ਤੇ ਚੀਨ ਦੇ ਵਿਚਕਾਰ ਪੈਂਦਾ ਹੈ ਤੇ ਇਸ ਦੀ ਜਿਹੜੀ ਉਚਾਈ ਹੈ ਉਸ ਦੀ ਉਚਾਈ ਹੈ 6714 ਮੀਟਰ ਜਿਹੜੀ ਹੈ ਉਹ ਇਸ ਦੀ ਉਚਾਈ ਹੈ, ਠੀਕ ਹੈ ਜੀ। ਇਹ ਕਿੱਥੇ ਆਪਣੇ ਕੋਲ? ਤਿੱਬਤ ਤੇ ਚੀਨ ਦੇ ਵਿਚਕਾਰ। ਫਿਰ ਆਪਣੇ ਕੋਲ ਆ ਗਿਆ ਧੌਲਾਗਿਰੀ। ਧੌਲਾਗਿਰੀ ਆਪਣੇ ਕੋਲ ਇਹ ਹੈ ਕਿੱਥੇ? ਇਹ ਨੇਪਾਲ ਦੇ ਵਿੱਚ ਹੈ। ਧੌਲਾਗਿਰੀ ਜਿਹੜੀ ਹੈ ਉਹ ਨੇਪਾਲ ਦੇ ਵਿੱਚ ਹੈ ਤੇ ਇਹ ਦੁਨੀਆ ਦੀ 7ਵੀਂ ਸਭ ਤੋਂ ਉੱਚੀ ਚੋਟੀ ਹੈ ਤੇ ਇਸ ਦੀ ਜਿਹੜੀ ਉਚਾਈ ਹੈ ਉਹ ਆਪਣੇ ਕੋਲ ਆ ਜਾਂਦੀ ਹੈ 8167 ਮੀਟਰ ਇਸ ਦੀ ਉਚਾਈ ਹੈ, ਠੀਕ ਹੈ ਜੀ। ਫਿਰ ਆਪਾਂ ਵੇਖਦੇ ਹਾਂ ਅੱਗੇ ਆਪਣੇ ਕੋਲ ਇੱਕ ਦਿੱਤਾ ਹੈ ਵਿੰਧਿਆਚਲ ਸਿਸਟਮ। ਵਿੰਧਿਆਚਲ ਸਿਸਟਮ ਜਿਹੜਾ ਹੈ ਉਹ ਕੀ ਹੈ? ਵੈਸਟ ਸੈਂਟਰਲ ਇੰਡੀਆ ਜਾਂ ਆਪਾਂ ਕਹਿ ਸਕਦੇ ਹਾਂ ਮੱਧ ਪ੍ਰਦੇਸ਼ ਦੇ ਕੋਲ ਦਾ ਇਲਾਕਾ ਜਿਹੜਾ ਹੈ ਉਹ ਉੱਥੇ ਜਿਹੜਾ ਪਾਇਆ ਜਾਂਦਾ ਵਿੰਧਿਆਚਲ ਪਰਬਤ, ਠੀਕ ਹੈ ਜੀ। ਹੁਣ ਆਪਾਂ ਜੇ ਇੱਥੇ ਵੇਖੀਏ ਤਾਂ ਇਸਨੂੰ ਆਪਾਂ ਨਕਸ਼ੇ ਦੇ ਵਿੱਚ ਵੇਖਦੇ ਹਾਂ ਆਪਣੇ ਕੋਲ ਕਿਸ ਤਰੀਕੇ ਨਾਲ ਹੁੰਦੇ ਆ। ਹੁਣ ਨਕਸ਼ੇ ਦੇ ਵਿੱਚ ਆਪਾਂ ਵੇਖੀਏ, ਨਕਸ਼ੇ ਦੇ ਵਿੱਚ ਆਪਣੇ ਕੋਲ ਜਿਹੜਾ ਆਪਾਂ ਸੀ ਡੋਡਾ ਬੇਟਾ ਉਹ ਆਪਣੇ ਕੋਲ ਇੱਥੇ ਹੈ। ਇਹ ਪੂਰਬੀ ਘਾਟ, ਭਾਰਤ ਦਾ ਪੂਰਬੀ ਘਾਟ ਤੇ ਪੱਛਮੀ ਘਾਟ ਨੂੰ ਮਿਲਾਉਣ ਵਾਲੀ ਪਹਾੜੀਆਂ ਦੇ ਵਿੱਚ ਜਿਹੜਾ ਇਹ ਡੋਡਾ ਬੇਟਾ ਜਿਹੜਾ ਇਹ ਪੀਕ ਕਹਿ ਸਕਦੀ ਹੈ ਜਾਂ ਇਹ ਡੋਡਾ ਬੇਟਾ ਪੀਕ ਜਿਹੜੀ ਹੈਗੀ ਹੈ। ਆਪਣੇ ਕੋਲ ਪੁੱਛਿਆ ਕਿ ਗਿਆ ਹੈ ਆਪਾਂ ਇਸ ਤਰ੍ਹਾਂ ਨਾਰਥ ਸਾਊਥ ਟੂ ਨਾਰਥ ਆਪਾਂ ਇਹਨਾਂ ਨੂੰ ਲਾਉਣਾ, ਠੀਕ ਹੈ ਜੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇੱਥੇ ਆਪਣੇ ਕੋਲ ਆ ਗਿਆ ਡੋਡਾ ਬੇਟਾ। ਫਿਰ ਆਪਣੇ ਕੋਲ ਇੱਕ ਚੀਜ਼ ਪੁੱਛੀ ਉਹਨਾਂ ਨੇ ਮਾਊਂਟ ਕੈਲਾਸ਼। ਮਾਊਂਟ ਕੈਲਾਸ਼ ਜਿਹੜਾ ਉਹ ਤਿੱਬਤ ਤੇ ਚੀਨ ਦੇ ਵਿਚਕਾਰ ਹੈ, ਉਹ ਆਪਣਾ ਇਸ ਥਾਂ ਤੇ ਆ ਗਿਆ ਤੇ ਇਸ ਦੇ ਵਿੱਚ ਆਪਾਂ ਉਚਾਈ ਵੇਖੀ ਸੀਗੀ 6714 ਮੀਟਰ ਜਿਹੜੀ ਹੈ ਉਹ ਇਸ ਦੀ ਉਚਾਈ ਸੀਗੀ ਮਾਊਂਟ ਕੈਲਾਸ਼ ਦੀ। ਫਿਰ ਆਪਣੇ ਕੋਲ ਆ ਗਿਆ ਸੀ ਆਪਾਂ ਵੇਖਿਆ ਧੌਲਾਗਿਰੀ। ਧੌਲਾਗਿਰੀ ਜਿਹੜੀ ਹੈ ਉਹ ਨੇਪਾਲ ਦੇ ਵਿੱਚ ਪਾਈ ਜਾਂਦੀ ਹੈ। ਨੇਪਾਲ ਦੇ ਵਿੱਚ ਕਹੀਏ ਆਪਾਂ ਤਾਂ ਇਸ ਦੀ ਉਚਾਈ ਵੇਖੀ ਸੀ ਆਪਾਂ 8167 ਮੀਟਰ ਦੀ ਉਚਾਈ ਵੇਖੀ ਸੀ, ਠੀਕ ਹੈ ਜੀ। ਫਿਰ ਆਪਣੇ ਕੋਲ ਆ ਗਿਆ ਵਿੰਧਿਆਚਲ। ਵਿੰਧਿਆਚਲ ਪਰਬਤ ਜਿਹੜਾ ਹੈ ਉਹ ਆਪਣੇ ਕੋਲ ਇਸ ਥਾਂ ਤੇ ਜਿਹੜਾ ਉਹ ਪਾਇਆ ਜਾਂਦਾ। ਵਿੰਧਿਆਚਲ ਪਰਬਤ ਜਿਹੜਾ ਉਹ ਮੱਧ ਪ੍ਰਦੇਸ਼ ਦੇ ਇਲਾਕੇ ਦੇ ਨੇੜੇ ਤੇੜੇ ਇੱਥੇ ਹੈਗਾ। ਹੁਣ ਆਪਾਂ ਵੇਖਦੇ ਹਾਂ ਦੱਖਣ ਤੋਂ ਉੱਤਰ ਵੱਲ ਨੂੰ ਕਿਸ ਤਰ੍ਹਾਂ। ਸਭ ਤੋਂ ਪਹਿਲਾਂ ਆਪਣੇ ਕੋਲ ਆ ਗਿਆ ਡੋਡਾ ਬੇਟਾ, ਠੀਕ ਹੈ ਜੀ। ਸਭ ਤੋਂ ਪਹਿਲਾਂ ਆਪਾਂ ਲਿਖਾਂਗੇ ਇੱਥੇ ਡੋਡਾ ਬੇਟਾ। ਫਿਰ ਆਪਣੇ ਕੋਲ ਆ ਗਿਆ ਦੂਜੇ ਨੰਬਰ ਤੇ ਵਿੰਧਿਆਚਲ। ਫਿਰ ਆਪਣੇ ਕੋਲ ਆ ਗਿਆ ਵਿੰਧਿਆਚਲ। ਫਿਰ ਆਪਣੇ ਕੋਲ ਆ ਗਿਆ ਧੌਲਾਗਿਰੀ। ਇਸ ਥਾਂ ਤੇ ਆਪਣੇ ਕੋਲ ਆ ਜਾਂਦਾ ਧੌਲਾਗਿਰੀ। ਇਸ ਥਾਂ ਤੇ ਆਪਣੇ ਕੋਲ ਆ ਗਿਆ ਧੌਲਾਗਿਰੀ। ਧੌਲਾਗਿਰੀ ਤੋਂ ਉੱਪਰ ਜੇ ਚੱਲਦੇ ਹਾਂ ਤਾਂ ਇਸ ਥਾਂ ਤੇ ਆਪਣੇ ਕੋਲ ਆ ਜਾਂਦਾ ਮਾਊਂਟ ਕੈਲਾਸ਼। ਇਸ ਦਾ ਮਤਲਬ ਕੀ ਹੈ? ਮਾਊਂਟ ਕੈਲਾਸ਼। ਇਸ ਦਾ ਮਤਲਬ ਕਿ ਸਭ ਤੋਂ ਪਹਿਲਾਂ ਡੋਡਾ ਬੇਟਾ, ਵਿੰਧਿਆਚਲ, ਧੌਲਾਗਿਰੀ ਤੇ ਕੈਲਾਸ਼। ਜੇ ਆਪਾਂ ਹੁਣ ਆਨਸਰ ਦੇ ਵਿੱਚ ਵੇਖੀਏ ਆਪਣੇ ਇਹ ਕਿਹੜੀ ਥਾਂ ਤੇ ਪਿਆ ਹੈ, ਇਹ ਆਪਣੇ ਕੋਲ ਬੀ ਡੋਡਾ ਬੇਟਾ, ਵਿੰਧਿਆਚਲ, ਧੌਲਾਗਿਰੀ ਤੇ ਕੈਲਾਸ਼। ਇਸ ਦਾ ਮਤਲਬ ਆਪਣਾ ਆਨਸਰ ਹੈਗਾ ਬੀ। ਇਸ ਕੁਐਸਚਨ ਦਾ ਆਨਸਰ ਜਿਹੜਾ ਆਪਣੇ ਕੋਲ ਹੈ ਬੀ, ਠੀਕ ਹੈ ਜੀ। ਹੁਣ ਆਪਾਂ ਵੇਖਦੇ ਹਾਂ ਤੀਜਾ ਪ੍ਰਸ਼ਨ। ਤੀਜੇ ਪ੍ਰਸ਼ਨ ਦੇ ਵਿੱਚ ਕੀ ਹੈ? ਤੀਜੇ ਪ੍ਰਸ਼ਨ ਦੇ ਵਿੱਚ ਕਹਿੰਦੇ ਆ which one among the following contain the oldest rock mountain in India, ਠੀਕ ਹੈ ਜੀ। ਇਹ ਆਪਾਂ ਪਹਿਲਾਂ ਕੁਐਸਚਨ ਡਿਸਕਸ ਕਰ ਚੁੱਕੇ ਹਾਂ। ਇਹਦੇ ਵਿੱਚ ਕੀ ਸੀਗਾ? oldest rock mountain। ਪਹਿਲਾ ਕੁਐਸਚਨ ਸੀ ਆਪਣੇ ਕੋਲ oldest rock formation। ਹੁਣ ਆਪਣੇ ਕੋਲ ਹੈ oldest rock mountain। ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਹੈ ਉਹ ਇੱਥੇ ਆਉਣਾ, ਆਪਣੇ ਕੋਲ ਆਨਸਰ ਆਉਣਾ ਅਰਾਵਲੀ ਪਰਬਤ। ਕਿਉਂਕਿ ਉਹਨਾਂ ਨੇ ਪੁੱਛਿਆ ਆਪਣੇ ਕੋਲ oldest rock mountain ਤਾਂ ਉਹ ਆਊਗੀ ਅਰਾਵਲੀ ਪਰਬਤ।
जे अपने कोल पुछण ओह ओल्डेस्ट रॉक फॉर्मेशन ਤਾਂ ਉਹ ਆਪਣੇ ਕੋਲ ਆਉਣਾ ਹੈ ਆਰਕੀਅਨ ਸਿਸਟਮ ਜਾਂ ਆਪਾਂ ਕਹਿ ਸਕਦੇ ਹਾਂ ਆਰਚਵਾਨਾ ਸਿਸਟਮ। ਜੇ ਆਪਾਂ ਗੱਲ ਕਰਦੇ ਹਾਂ ਹਿਮਾਲਿਆ ਦੀ ਤਾਂ ਹਿਮਾਲਿਆ ਜਿਹੜਾ ਉਹ ਫੋਲਡ ਮਾਊਂਟੇਨ ਹੈ ਜਿਸ ਨੂੰ ਆਪਾਂ ਨਵੇਂ ਪਰਬਤ ਦਾ ਦਰਜਾ ਵੀ ਦਿੰਦੇ ਹਾਂ। ਨੀਲਗਿਰੀ ਦੀ ਗੱਲ ਕਰੀਏ ਤਾਂ ਨੀਲਗਿਰੀ ਆਪਾਂ ਵੇਖਿਆ ਸੀਗਾ ਪੂਰਬੀ ਤੇ ਪੱਛਮੀ ਘਾਟ ਨੂੰ ਮਿਲਾਉਣ ਵਾਲੀ ਜਿਹੜੀ ਪਹਾੜੀਆਂ ਦੇ ਨੇੜੇ ਆ ਉਸ ਨੂੰ ਨੀਲਗਿਰੀ ਦੀ ਪਹਾੜੀਆਂ ਜਿਹੜੀਆਂ ਉੱਥੇ ਪਾਈ ਜਾਂਦੀਆਂ। ਆਲ ਦਾ ਅਬਵ ਇਸ ਦਾ ਕੁਐਸਚਨ ਦਾ ਆਨਸਰ ਨਹੀਂ ਆਊਗਾ, ਆਪਣੇ ਕੋਲ ਆਨਸਰ ਆਊਗਾ ਅਰਾਵਲੀ ਪਰਬਤ ਓਲਡੈਸਟ ਰੌਕ ਮਾਊਂਟੇਨ। ਸਭ ਤੋਂ ਪੁਰਾਣਾ ਜਿਹੜਾ ਪਰਬਤ ਹੈ ਭਾਰਤ ਦੇ ਵਿੱਚ ਉਹ ਅਰਾਵਲੀ ਪਰਬਤ ਹੈ। ਠੀਕ ਹੈ ਜੀ। ਫਿਰ ਆਪਾਂ ਚੱਲਦੇ ਹਾਂ ਇਸ ਤੋਂ ਅੱਗੇ ਚੌਥੇ ਪ੍ਰਸ਼ਨ ਦੇ ਵਿੱਚ। ਚੌਥੇ ਪ੍ਰਸ਼ਨ ਦੇ ਵਿੱਚ ਕੀ ਪੁੱਛਿਆ ਜਾਂਦਾ, ਕਹਿੰਦੇ ਆ ਦਿਹਾਂਗ ਦਿਬਾਂਗ ਹੈ ਦਿਹਾਂਗ ਦਿਬਾਂਗ ਬਾਇਓਸਫੀਅਰ ਰਿਜ਼ਰਵ ਕਿੱਥੇ ਹੈਗਾ ਭਾਰਤ ਦੇ ਵਿੱਚ, ਕਿਹੜੇ ਰਾਜ ਦੇ ਵਿੱਚ ਇਹ ਸਥਿਤ ਹੈ। ਸਭ ਤੋਂ ਪਹਿਲਾਂ ਆਪਣੇ ਕੋਲ ਆਪਸ਼ਨ ਕੀ ਹੈ, ਏ ਉੱਤਰਾਖੰਡ, ਬੀ ਅਰੁਣਾਚਲ ਪ੍ਰਦੇਸ਼, ਸੀ ਉੜੀਸਾ, ਡੀ ਅਸਮ। ਠੀਕ ਹੈ ਜੀ। ਸਭ ਤੋਂ ਪਹਿਲਾਂ ਆਪਾਂ ਵੇਖਦੇ ਹਾਂ ਉੱਤਰਾਖੰਡ, ਥੋੜ੍ਹਾ ਡਿਸਕਸ ਕਰਦੇ ਹਾਂ। ਉੱਤਰਾਖੰਡ ਦੇ ਵਿੱਚ ਜਿਹੜਾ ਬਾਇਓਸਫੀਅਰ ਰਿਜ਼ਰਵ ਪਾਇਆ ਜਾਂਦਾ ਉਹ ਆਪਣੇ ਕੋਲ ਹੈਗਾ ਨੰਦਾ ਦੇਵੀ ਜਿਹੜਾ ਬਾਇਓਸਫੀਅਰ ਰਿਜ਼ਰਵ ਜਿਹੜਾ ਉਹ ਇੱਥੇ ਪਾਇਆ ਜਾਂਦਾ ਹੈ। ਜਦੋਂ ਗੱਲ ਕਰਦੇ ਹਾਂ ਆਪਾਂ ਅਰੁਣਾਚਲ ਪ੍ਰਦੇਸ਼ ਦੀ, ਅਰੁਣਾਚਲ ਪ੍ਰਦੇਸ਼ ਦੇ ਵਿੱਚ ਇਸ ਦੇ ਵਿੱਚ ਆਪਾਂ ਹੋਰ ਗੱਲ ਕਰੀਏ ਤਾਂ ਇਹਦੇ ਵਿੱਚ ਆਉਂਦਾ ਮਾਉਲਿੰਗ ਨੈਸ਼ਨਲ ਪਾਰਕ ਵੀ ਹੈ, ਦਿਬਾਂਗ ਵਾਈਲਡ ਲਾਈਫ ਸੈਂਚੁਰੀ ਵੀ ਹੈ। ਠੀਕ ਹੈ ਜੀ। ਜਦੋਂ ਆਪਾਂ ਗੱਲ ਕਰਦੇ ਹਾਂ ਉੜੀਸਾ ਦੀ, ਉੜੀਸਾ ਦੇ ਵਿੱਚ ਆਪਣੇ ਕੋਲ ਜਿਹੜਾ ਬਾਇਓਸਫੀਅਰ ਰਿਜ਼ਰਵ ਹੈ ਉਹ ਆਪਣੇ ਕੋਲ ਆ ਜਾਂਦਾ ਹੈ ਸਿਮਲੀਪਾਲ ਬਾਇਓਸਫੀਅਰ ਰਿਜ਼ਰਵ ਜਿਹੜਾ ਉਹ ਉੜੀਸਾ ਦੇ ਵਿੱਚ ਹੈ। ਜੇ ਆਪਾਂ ਗੱਲ ਕਰਦੇ ਹਾਂ ਅਸਾਮ ਦੀ, ਅਸਾਮ ਦੇ ਵਿੱਚ ਆਪਣੇ ਕੋਲ ਆ ਜਾਂਦਾ ਹੈ ਮਾਨਸ ਬਾਇਓਸਫੀਅਰ ਰਿਜ਼ਰਵ। ਠੀਕ ਹੈ ਜੀ। ਇਸ ਨੂੰ ਆਪਾਂ ਥੋੜ੍ਹਾ ਜਿਹਾ ਨਕਸ਼ੇ ਦੇ ਮੁਤਾਬਕ ਵੇਖਦੇ ਹਾਂ ਤੇ ਇਸ ਤੋਂ ਬਿਨਾਂ ਹੋਰ ਵੀ ਜੋ ਬਾਇਓਸਫੀਅਰ ਰਿਜ਼ਰਵ ਹੈ ਭਾਰਤ ਵਿੱਚ ਉਹਨਾਂ ਨੂੰ ਵੀ ਡਿਸਕਸ ਕਰਦੇ ਹਾਂ। ਠੀਕ ਹੈ ਜੀ। ਹੁਣ ਆਪਾਂ ਨਕਸ਼ੇ ਦੇ ਮੁਤਾਬਕ ਤੇ ਆਪਾਂ ਲਿਖਿਆ ਉਸ ਨੂੰ ਵੇਖਾਂਗੇ। ਸਭ ਤੋਂ ਪਹਿਲਾਂ ਆਪਣੇ ਕੋਲ ਆ ਗਿਆ ਨੀਲਗਿਰੀ ਬਾਇਓਸਫੀਅਰ ਰਿਜ਼ਰਵ। ਇਹ ਨੀਲਗਿਰੀ ਬਾਇਓਸਫੀਅਰ ਰਿਜ਼ਰਵ ਕਿੱਥੇ ਪਾਈ ਜਾਂਦੀ ਹੈ, ਇਹ ਆ ਜਾਂਦੀ ਤਾਮਿਲਨਾਡੂ, ਕੇਰਲਾ ਤੇ ਕਰਨਾਟਕਾ। ਇਹ ਆਪਣੇ ਕੋਲ ਨੀਲਗਿਰੀ ਬਾਇਓਸਫੀਅਰ ਰਿਜ਼ਰਵ ਜਿਹੜਾ ਉਹ ਇਸ ਥਾਂ ਤੇ ਹੈ। ਇਹ ਤਿੰਨਾਂ ਸਟੇਟਾਂ ਦੇ ਬਾਰਡਰ ਤੇ ਹੀ ਆ ਜਾਂਦਾ ਜਾਂ ਤਿੰਨਾਂ ਸਟੇਟਾਂ ਦੇ ਵਿਚਕਾਰ ਜਿਹੜਾ ਇਹ ਆ ਜਾਂਦਾ। ਠੀਕ ਹੈ। ਫਿਰ ਆਪਣੇ ਕੋਲ ਆ ਜਾਂਦਾ ਹੈ ਨੰਦਾ ਦੇਵੀ ਨੈਸ਼ਨਲ ਪਾਰਕ ਐਂਡ ਬਾਇਓਸਫੀਅਰ ਰਿਜ਼ਰਵ। ਇਹ ਕਿੱਥੇ ਪਾਇਆ ਜਾਂਦਾ ਹੈ, ਇਹ ਹੈਗਾ ਆਪਣੇ ਕੋਲ ਉੱਤਰਾਖੰਡ। ਨੰਦਾ ਦੇਵੀ ਜਿਹੜੀ ਹੈ ਉਹ ਕਿੱਥੇ ਹੈ ਬਾਇਓਸਫੀਅਰ ਰਿਜ਼ਰਵ, ਉਹ ਉੱਤਰਾਖੰਡ ਦੇ ਵਿੱਚ ਆ ਗਿਆ। ਠੀਕ ਹੈ ਜੀ। ਫਿਰ ਆਪਣੇ ਕੋਲ ਆ ਗਿਆ ਤੀਜੇ ਨੰਬਰ ਤੇ ਨੌਕਰੈਕ। ਇਹ ਆ ਜਾਂਦਾ ਆਪਣੇ ਕੋਲ ਮੇਘਾਲਿਆ ਦੇ ਵਿੱਚ। ਨੌਕਰੈਕ ਆ ਰਿਹਾ ਆਪਣਾ ਮੇਘਾਲਿਆ ਤੇ ਇੱਥੇ ਆਪਣੇ ਕੋਲ ਆ ਗਿਆ ਨੌਕਰੈਕ ਬਾਇਓਸਫੀਅਰ ਰਿਜ਼ਰਵ। ਫਿਰ ਆਪਣੇ ਕੋਲ ਆ ਗਿਆ ਗਲਫ ਆਫ ਮਿਨਾਰ। ਗਲਫ ਆਫ ਮਿਨਾਰ ਜਿਹੜਾ ਉਹ ਪਾਇਆ ਜਾਂਦਾ ਤਾਮਿਲਨਾਡੂ ਦੇ ਵਿੱਚ। ਤੇ ਤਾਮਿਲਨਾਡੂ ਦੇ ਆਪਣਾ ਇਹ ਤਾਮਿਲਨਾਡੂ ਦੇ ਥੱਲੇ ਜਿਹੜਾ ਗਲਫ ਆਫ ਮਿਨਾਰ ਦੇ ਵਿੱਚ ਪੈਂਦਾ। ਗਲਫ ਆਫ ਮਿਨਾਰ ਕਿਹੜੀ ਹੈ, ਗਲਫ ਆਫ ਮਿਨਾਰ ਭਾਰਤ ਅਤੇ ਸ਼੍ਰੀਲੰਕਾ ਦੇ ਵਿਚਕਾਰ ਜਿਹੜੀ ਆ ਉਹ ਪਾਈ ਜਾਂਦੀ ਹੈ ਗਲਫ ਆਫ ਮਿਨਾਰ। ਠੀਕ ਹੈ ਜੀ। ਤੇ ਤਾਮਿਲਨਾਡੂ ਦੇ ਵਿੱਚ ਗਿਣੀ ਜਾਂਦੀ ਹੈ ਤੇ ਇਸ ਕਰਕੇ ਇੱਥੇ ਜਿਹੜਾ ਬਾਇਓਸਫੀਅਰ ਰਿਜ਼ਰਵ ਜਿਹੜੀ ਹੈ ਤਾਮਿਲਨਾਡੂ 'ਚ ਗਿਣਿਆ ਜਾਂਦਾ ਹੈ। ਫਿਰ ਆਪਣੇ ਕੋਲ ਆ ਗਿਆ ਸੁੰਦਰਬਨ ਬਾਇਓਸਫੀਅਰ ਰਿਜ਼ਰਵ। ਠੀਕ ਹੈ ਜੀ। ਇਹ ਆਪਣੇ ਕੋਲ ਆ ਜਾਂਦਾ ਵੈਸਟ ਬੰਗਾਲ। ਸੁੰਦਰਬਨ ਜਿਹੜਾ ਉਹ ਵੈਸਟ ਬੰਗਾਲ 'ਚ ਜਾਂਦਾ। ਸੁੰਦਰਬਨ ਦਾ ਡੈਲਟਾ ਜਿਹੜਾ ਉਹ ਬਹੁਤ ਹੀ ਮਸ਼ਹੂਰ ਹੈ। ਠੀਕ ਹੈ ਜੀ। ਫਿਰ ਆਪਣੇ ਕੋਲ ਆ ਜਾਂਦਾ ਗ੍ਰੇਟ ਨਿਕੋਬਾਰ ਬਾਇਓਸਫੀਅਰ ਰਿਜ਼ਰਵ ਜਿਹੜੀ ਆਪਣੇ ਕੋਲ ਅੰਡੇਮਾਨ ਨਿਕੋਬਾਰ ਆਈਲੈਂਡ ਦੇ ਵਿੱਚ ਹੈ। ਗ੍ਰੇਟ ਨਿਕੋਬਾਰ ਉਹ ਇਸ ਥਾਂ ਤੇ ਆਪਣੇ ਕੋਲ ਆ ਗਿਆ ਬਾਇਓਸਫੀਅਰ ਰਿਜ਼ਰਵ। ਫਿਰ ਆਪਣੇ ਕੋਲ ਆ ਗਿਆ ਸਿਮਲੀਪਾਲ ਜਿਹੜਾ ਉੜੀਸਾ ਦੇ ਵਿੱਚ ਆ ਜਾਂਦਾ ਹੈ। ਉਹ ਆਪਣੇ ਕੋਲ ਇਸ ਥਾਂ ਤੇ ਆ ਗਿਆ ਸਿਮਲੀਪਾਲ ਉੜੀਸਾ। ਠੀਕ ਹੈ ਜੀ। ਫਿਰ ਆ ਗਿਆ ਡਿਬਰੂ ਸਿਕੋਵਾ। ਇਹ ਆਪਣੇ ਕੋਲ ਆ ਜਾਂਦਾ ਹੈ ਅਸਾਮ ਦੇ ਵਿੱਚ ਆ ਰਿਹਾ ਆਪਣੇ ਕੋਲ ਇਸ ਥਾਂ ਤੇ। ਠੀਕ ਹੈ ਜੀ। ਫਿਰ ਆਪਣੇ ਕੋਲ ਆ ਗਿਆ ਇੱਕ ਇਸ ਤੋਂ ਅੱਗੇ ਦਿਬਾਂਗ ਜੋ ਆਪਣਾ ਪ੍ਰਸ਼ਨ ਪੁੱਛਿਆ ਗਿਆ ਸੀਗਾ ਉਹ ਆਪਣੇ ਕੋਲ ਆਇਆ ਹੈ ਅਰੁਣਾਚਲ ਪ੍ਰਦੇਸ਼। ਦਿਬਾਂਗ ਜਿਹੜਾ ਹੈ ਉਹ ਆਪਣੇ ਕੋਲ ਇਸ ਥਾਂ ਤੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਉਹ ਹੈਗਾ। ਠੀਕ ਹੈ ਜੀ। ਇਹ ਆਪਣਾ ਇਸ ਤੋਂ ਬਿਨਾਂ ਤੁਸੀਂ ਜੋ ਬਾਕੀ ਵੀ ਦਿੱਤੇ ਹੈ ਉਹ ਇਸਨਾਂ ਨੂੰ ਬੜੇ ਧਿਆਨ ਦੇ ਨਾਲ ਨੋਟ ਕਰ ਲੈਣਾ ਤੇ ਨਾਲ ਤੁਸੀਂ ਇਸ ਨੂੰ ਲੋਕੇਸ਼ਨ ਵਾਈਜ਼ ਜ਼ਰੂਰ ਯਾਦ ਕਰਨਾ ਤਾਂ ਜੋ ਇਸ ਨੂੰ ਯਾਦ ਕਰਨਾ ਜਿਹੜਾ ਬਹੁਤ ਆਸਾਨ ਹੋ ਸਕਦਾ ਹੈ ਜੇ ਤੁਸੀਂ ਇਸ ਨੂੰ ਨਕਸ਼ੇ ਦੇ ਮੁਤਾਬਕ ਯਾਦ ਕਰੋਗੇ ਤਾਂ, ਕਿਉਂਕਿ ਇਸ ਨੂੰ ਰੱਟਾ ਜਿਹੜਾ ਹੈ ਉਹ ਨਹੀਂ ਲਗਾਇਆ ਜਾ ਸਕਦਾ।
बहुत औखा होगा वैसे, ठीक है जी। इस तो अगला प्रश्न ਆਪਾਂ ਆਪਣਾ ਇੱਥੇ ਆਪਾਂ ਨੂੰ ਮਿਲ ਗਿਆ ਆਨਸਰ। ਵੈਸੇ ਦਿਹਾਂਗ ਦਿਬਾਂਗ ਜਿਹੜਾ ਹੈ ਉਹ ਅਰੁਣਾਚਲ ਪ੍ਰਦੇਸ਼ 'ਚ ਮਿਲਦਾ ਤੇ ਇੱਥੇ ਆਪਣੇ ਕੋਲ ਆਨਸਰ ਜਿਹੜਾ ਆਪਣੇ ਕੋਲ ਬੀ ਆਨਸਰ ਜਿਹੜਾ ਹੈ ਉਹ ਇਸ ਥਾਂ ਤੇ ਆਪਣੇ ਕੋਲ ਆਊਗਾ। ਦਿਹਾਂਗ ਦਿਬਾਂਗ ਜਿਹੜਾ ਅਰੁਣਾਚਲ ਪ੍ਰਦੇਸ਼ ਵਿੱਚ ਬਾਇਓਸਫੀਅਰ ਰਿਜ਼ਰਵ ਜਿਹੜਾ ਮਿਲਦਾ। ਇਸ ਤੋਂ ਬਾਅਦ ਆਪਣੇ ਕੋਲ ਪੰਜਵਾਂ ਪ੍ਰਸ਼ਨ ਜਿਹੜਾ ਹੈ ਉਹ ਹੈ, ਉਹ ਕਹਿੰਦੇ ਆ ਕੰਚਨਜੰਗਾ ਜਿਹੜਾ ਹੈ ਉਹ ਕਿੱਥੇ ਸਥਿਤ ਹੈ, ਮਤਲਬ ਕੰਚਨਜੰਗਾ ਕਿਹੜੀ ਸਟੇਟ ਦੇ ਵਿੱਚ ਸਥਿਤ ਹੈ। ਸਭ ਤੋਂ ਪਹਿਲੀ ਆਪਸ਼ਨ ਆਪਣੇ ਕੋਲ ਦਿੱਤੀ ਹੈ ਉਹਨਾਂ ਨੇ ਹਿਮਾਚਲ ਪ੍ਰਦੇਸ਼, ਫਿਰ ਆਪਣੇ ਕੋਲ ਬੀ ਸਿੱਕਮ, ਫਿਰ ਸੀ ਆਪਣੇ ਕੋਲ ਵੈਸਟ ਬੰਗਾਲ, ਡੀ ਆਪਣੇ ਕੋਲ ਆ ਗਿਆ ਨੇਪਾਲ, ਮਤਲਬ ਨੇਪਾਲ ਦੇ ਵਿੱਚ ਕਹਿੰਦੇ ਆ ਪਾਈ ਜਾਂਦੀ ਹੈ। ਪਰ ਆਪਾਂ ਜਦੋਂ ਉਸਦੇ ਵੇਖਦੇ ਹਾਂ ਤਾਂ ਆਪਣੇ ਕੋਲ ਸਾਫ਼ ਇਹ ਤੋਂ ਕਲੀਅਰ ਹੋ ਰਿਹਾ ਹੈ ਵੀ ਆਪਣੇ ਕੋਲ ਜਿਹੜਾ ਇਹ ਸਿੱਕਮ ਦੇ ਵਿੱਚ ਕੰਚਨਜੰਗਾ ਜਿਹੜੀ ਹੈ ਉਹ ਪਾਈ ਜਾਂਦੀ ਹੈ ਕੰਚਨਜੰਗਾ। ਤੇ ਇਸ ਦੀ ਜਿਹੜੀ ਉਚਾਈ ਹੈ ਉਹ ਕਹਿੰਦੇ ਆ 8598 ਮੀਟਰ ਜਿਹੜੀ ਹੈ ਇਸ ਦੀ ਉਚਾਈ ਹੈ, ਠੀਕ ਹੈ ਜੀ ਕੰਚਨਜੰਗਾ। ਜੇ ਆਪਾਂ ਗੱਲ ਕਰੀਏ ਸਿੱਕਮ ਦੀ, ਸਿੱਕਮ ਇੱਕ ਪਾਸੇ ਤੋਂ ਭੂਟਾਨ ਨਾਲ ਘਿਰਿਆ, ਠੀਕ ਹੈ ਜੀ। ਪੱਛਮ ਵਾਲੇ ਪਾਸੋਂ ਜੇ ਗੱਲ ਕਰੀਏ ਤਾਂ ਇਹ ਨੇਪਾਲ ਨਾਲ ਘਿਰਿਆ। ਜੇ ਆਪਾਂ ਉੱਤਰ ਵੱਲ ਗੱਲ ਕਰੀਏ, ਉੱਤਰ ਵਾਲੇ ਪਾਸੇ ਇਹ ਚੀਨ ਨਾਲ ਹੈ। ਤੇ ਜੇ ਆਪਾਂ ਗੱਲ ਕਰੀਏ ਦੱਖਣ ਦੇ ਵਿੱਚ ਭਾਰਤ, ਤੇ ਭਾਰਤ ਦਾ ਜਿਹੜਾ ਸਟੇਟ ਹੈ ਵੈਸਟ ਬੰਗਾਲ ਉਸ ਦੇ ਨਾਲ ਇਹ ਘਿਰਿਆ ਹੋਇਆ ਹੈ, ਠੀਕ ਹੈ ਜੀ। ਚਾਰੇ ਪਾਸੇ ਤੋਂ ਆਪਾਂ ਵੇਖ ਲਿਆ। ਇਸ ਦਾ ਮਤਲਬ ਆਪਣੇ ਕੋਲ ਆਨਸਰ ਕੀ ਬਣਦਾ ਹੈ, ਆਪਣੇ ਕੋਲ ਆਨਸਰ ਬਣਦਾ ਹੈ ਬੀ। ਇਹਦਾ ਮਤਲਬ ਕੀ ਹੈ, ਆਪਣੇ ਕੋਲ ਬੀ ਆਨਸਰ ਬਣ ਗਿਆ। ਕੰਚਨਜੰਗਾ ਕਿੱਥੇ ਸਥਿਤ ਹੈ, ਸਿੱਕਮ ਦੇ ਵਿੱਚ। ਇਸ ਤੋਂ ਬਿਨਾਂ ਆਪਾਂ ਧਿਆਨ ਰੱਖਣਾ ਹੈ ਗਾਰੋ ਖਾਂਸੀ ਜੈਂਤੀ ਜਿਹੜੀ ਪਹਾੜੀਆਂ ਹੈ ਇਹ ਮੇਘਾਲਿਆ ਦੇ ਵਿੱਚ ਪਾਈ ਜਾਂਦੀਆਂ। ਨਾਗਾ ਹਿਲਜ਼ ਨਾਗਾਲੈਂਡ 'ਚ, ਪਟਕਾਈ ਬੰਬ, ਮੈਕਰ ਹਿਲਜ਼, ਇਸ ਤਰੀਕੇ ਨਾਲ ਦਾਫਲਾ ਹਿਲਜ਼, ਇਹ ਸਾਰੀਆਂ ਤੁਸੀਂ ਧਿਆਨ ਰੱਖਣਾ ਕਿਹੜੀ ਕਿਹੜੀ ਹਿਲਜ਼ ਜਿਹੜੀਆਂ ਕਿੱਥੇ ਕਿੱਥੇ ਪਾਈ ਜਾਂਦੀਆਂ, ਠੀਕ ਹੈ ਜੀ। ਇਹ ਆਪਣਾ क्वेश्चन सीगा कंचनजंगा कितने स्थित है, आंसर अपने कोल है सिक्किम, जेड़ा इसका सही आंसर है, ठीक है जी।